ਅੱਜ ਆਪਾਂ ਇੱਕ ਐਸੇ ਗੰਭੀਰ ਵਿਸ਼ੇ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ ਕਿ ਜਿਸ ਦੇ ਨਾਲ ਸਿੱਖ ਕੌਮ ਦੇ ਹਿਰਦੇ ਵਿਲੂੰਦਰੇ ਜਾਂਦੇ ਨੇ ਔਰ ਗੁਰਦੁਆਰਿਆਂ ਦੇ ਵਿੱਚ ਜਿਹੜੇ ਉੱਚ ਪੋਸਟਾਂ 'ਤੇ ਬੈਠੇ ਤਖਤਾਂ ਦੇ ਜਥੇਦਾਰ ਨੇ ਉਹ ਕੀ ਕਰ ਰਹੇ ਨੇ। ਸ਼੍ਰੀ ਹਰਿਮੰਦਰ ਸਾਹਿਬ ਤਖਤ ਸ਼੍ਰੀ ਪਟਨਾ ਸਾਹਿਬ ਬਿਹਾਰ ਦੇ ਜਥੇਦਾਰ ਰਣਜੀਤ ਸਿੰਘ ਗੌਹਰੇ ਮਸਕੀਨ ਨੇ ਕੋਈ 5 ਕਰੋੜ 72 ਲੱਖ ਦੀ ਠੱਗੀ ਮਾਰੀ ਹੈ, ਕਪੜੇਬਾਜ਼ੀ ਕੀਤੀ ਹੈ ਔਰ ਉਸ ਕਪੜੇਬਾਜ਼ੀ ਦਾ ਜੋ ਖੁਲਾਸਾ ਹੈ ਉਹ ਆਪ ਜੀ ਦੇ ਸਾਹਮਣੇ ਕਰਨ ਲੱਗੇ। ਮੈਂ ਇੱਕ ਬੜੇ ਛੋਟੇ ਜਿਹੇ ਪਰਿਵਾਰ ਦਾ ਬੱਚਾ ਹਾਂ। ਮਨ ਦਾ ਇੱਕ ਐਸਾ ਸਮਾਂ ਆਇਆ ਕਿ ਜਾਇਦਾਦਾਂ ਦੇ ਨਾਲ, ਪੈਸਿਆਂ ਦੇ ਨਾਲ ਕੋਈ ਪਿਆਰ ਨਹੀਂ ਰਿਹਾ। ਮੇਰੀ ਮੁਸ਼ਤੈਨੀ ਜਾਇਦਾਦ ਸੀ ਜੋ ਕਿ 13 ਏਕੜ ਸੀ, ਪਿੰਡ ਦੀਨੇਵਾਲ, ਤਰਨਤਾਰਨ ਜ਼ਿਲ੍ਹੇ ਦੇ ਵਿੱਚ, ਜੰਡਿਆਲਾ ਗੁਰੂ ਦੇ ਨਾਲ ਕਰਕੇ। ਮਨ ਦੇ ਵਿੱਚ ਆਇਆ ਕਿ ਜ਼ਮੀਨ ਕੀ ਕਰਨੀ ਹੈ। ਇਸ ਕਰਕੇ ਇਹ ਸਾਰੀ ਜ਼ਮੀਨ ਬੱਚਿਆਂ ਦੀ ਪੜ੍ਹਾਈ ਵਾਸਤੇ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੂੰ ਦੇ ਦਿੱਤੀ ਕਿ ਤੁਸੀਂ ਇਹ ਦਾਨ ਕਰ ਦਿੱਤੀ ਕਿ ਤੁਸੀਂ ਇੱਥੇ ਬੱਚੇ ਪੜ੍ਹਾਓ ਜਾਂ ਕੁਛ ਵੀ ਕਰੋ, ਜੋ ਵੀ ਬਣਾਓ, ਉਹਨਾਂ ਨੇ ਭੇਟ ਕਰ ਦਿੱਤੀ। ਕੋਈ ਜ਼ਮੀਨ ਦਾ ਇੱਕ ਮਰਲਾ ਵੀ ਆਪਣੇ ਕੋਲ ਨਹੀਂ ਰੱਖਿਆ। ਇਸ ਤੋਂ ਬਾਅਦ ਮੇਰੇ ਕੋਲ ਇੱਕ ਪ੍ਰੋਪਰਟੀ ਸੀ ਜਿਹਦੇ ਵਿੱਚ ਇਹ ਸੀ ਕਿ ਸਿੱਖ ਬੱਚੇ ਜਿਹੜੇ ਨੇ ਅੱਜ ਉਹ ਬਹੁਤ ਜ਼ਿਆਦਾ ਦੂਸਰੀ ਸਭਿਅਤਾ ਜਾ ਰਹੇ ਨੇ ਔਰ ਅਫਸਰ ਨਹੀਂ ਬਣ ਰਹੇ। ਇੱਕ 11 ਮੰਜ਼ਿਲਾ ਬਿਲਡਿੰਗ ਜਿਹੜੀ ਸ਼ੁਰੂ ਹੋਈ ਹੈ ਔਰ ਬਣਦੀ ਪਈ ਹੈ, ਹਰ ਇੱਕ ਮੰਜ਼ਿਲ ਇੱਕ ਪਾਤਸ਼ਾਹ ਦੇ ਨਾਂ ਦੇ ਉੱਤੇ ਆ। ਪਹਿਲੀ ਮੰਜ਼ਿਲ ਗੁਰੂ ਨਾਨਕ ਪਾਤਸ਼ਾਹ ਦੇ, ਦੂਸਰੀ ਮੰਜ਼ਿਲ ਗੁਰੂ ਅੰਗਦ ਦੇਵ ਪਾਤਸ਼ਾਹ ਦੇ, ਤੀਸਰੀ ਮੰਜ਼ਿਲ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਂ ਤੇ। ਇਸੇ ਤਰ੍ਹਾਂ 10 ਗੁਰੂ ਪਾਤਸ਼ਾਹਾਂ ਦੇ ਨਾਂ ਤੇ 10 ਮੰਜ਼ਿਲਾਂ ਨੇ ਤੇ 11ਵੀਂ ਮੰਜ਼ਿਲ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਆ। ਔਰ ਜੇ ਪਹਿਲੀ ਮੰਜ਼ਿਲ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਨਾਂ ਤੇ ਹੈ ਤੇ ਉਹਦੇ ਵਿੱਚ ਜਿਹੜਾ ਮਿਊਜ਼ੀਅਮ ਹੋਏਗਾ, ਗੁਰੂ ਨਾਨਕ ਪਾਤਸ਼ਾਹ ਜੀ ਕਦੋਂ, ਕਿੱਥੋਂ, ਕਿਹੜੀ ਕਿਹੜੀ ਬਾਣੀ ਉਚਾਰਨ ਕੀਤੀ, ਸਾਰੀ ਗੁਰੂ ਨਾਨਕ ਪਾਤਸ਼ਾਹ ਦੀ ਜੋ ਵੀ ਗੁਰਬਾਣੀ ਹੈ, ਜੋ ਉਹਨਾਂ ਦੀ ਹੈ ਸਟੇਟਮੈਂਟ, ਟੋਟਲੀ ਸਾਰਾ ਕੁਝ ਉਹਦੇ ਵਿੱਚ ਦਰਜ ਹੋਵੇਗਾ। ਫਿਰ ਦੂਸਰਾ ਫਲੋਰ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਜਨਮ ਕਦੋਂ ਹੋਇਆ, ਕਿੱਥੇ ਹੋਇਆ, ਕਿਵੇਂ ਹੋਇਆ, ਜ਼ਿੰਦਗੀ ਦਾ ਕੀ ਹੈ, ਇਹ ਸਾਰਾ ਮਿਊਜ਼ੀਅਮ ਉਸ ਦੇ ਵਿੱਚ ਹੋਏਗਾ। ਇਸੇ ਤਰ੍ਹਾਂ 10 ਪਾਤਸ਼ਾਹੀਆਂ ਦੇ ਨਾਵਾਂ ਤੇ ਜਿੱਥੇ 10 ਫਲੋਰ ਨੇ, ਉਹਨਾਂ ਦੇ ਨਾਵਾਂ ਦੇ ਉੱਤੇ ਵੱਖਰੇ ਮਿਊਜ਼ੀਅਮ ਹੋਣਗੇ ਜਿਨ੍ਹਾਂ ਵਿੱਚ ਪਾਤਸ਼ਾਹਾਂ ਦੀ ਡਿਟੇਲ ਹੋਏਗੀ। ਔਰ 11ਵੀਂ ਮੰਜ਼ਿਲ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹੋਣਗੇ। ਜਿੰਨੇ ਵੀ ਸਿੱਖ ਕੌਮ ਦੇ ਮਹਾਨ ਯੋਧੇ, ਮਹਾਨ ਜਰਨੈਲ ਸ਼ਹੀਦ ਹੋਏ ਨੇ, ਉਹਨਾਂ ਸਾਰਿਆਂ ਦੀ ਹੀ ਉੱਥੇ ਹਿਸਟਰੀ ਹੋਏਗੀ ਤਾਂ ਜੋ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗ ਸਕੇ ਕਿ ਸਿੱਖ ਕੌਮ ਦੇ ਵਿੱਚ ਜਰਨੈਲ ਕਿੰਨੇ ਹੋਏ ਨੇ। ਔਰ ਉਸ ਦੀ ਫੀਸ ਕੀ ਰੱਖੀ ਗਈ ਹੈ ਕਿ ਜਿੰਨੇ ਵੀ ਉੱਥੇ ਐਡਮਿਸ਼ਨ ਲੈਣ ਵਾਲੇ ਬੱਚੇ ਨੇ ਉਹਨੂੰ ਕੇਸ ਦਾੜਾ ਰੱਖਣਾ ਲਾਜ਼ਮੀ ਹੋਵੇਗਾ ਤੇ ਜਿਹੜਾ CBSE ਦਾ ਉਹਦਾ ਸਿਲੇਬਸ ਹੈ ਉਸ ਤੋਂ ਇਲਾਵਾ 3 ਸਬਜੈਕਟ ਰੱਖੇ ਗਏ ਨੇ ਵੀ ਇਸ ਨੂੰ ਸਿੱਖੀ ਧਰਮ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ, ਪਾਠ ਪੂਰਾ ਗਿਆਨ ਹੋਣਾ ਚਾਹੀਦਾ, ਦੂਸਰੇ ਧਰਮਾਂ ਦੇ ਬਾਰੇ 'ਚ ਮੂਲ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਸਿਰ ਤੇ ਕੇਸ ਦਾੜਾ ਹੋਣਾ ਬੜਾ ਜ਼ਰੂਰੀ ਹੈ। ਇਹ ਉਹਦੀਆਂ ਸ਼ਰਤਾਂ ਨੇ ਔਰ ਜਿੰਨੀ ਵੀ ਉਹਦੀ ਫੀਸ ਹੈ ਪੂਰੀ ਫ੍ਰੀ ਹੈ, ਲੇਕਿਨ ਇਹ ਸ਼ਰਤਾਂ ਦੇ ਉੱਤੇ ਕੋਈ ਉਹਦੇ ਕੋਲ ਹੋਰ ਪੈਸਾ ਨਹੀਂ ਲਿਆ ਜਾਏਗਾ। ਇਸ ਤੋਂ ਬਾਅਦ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਕਿ ਦਰਬਾਰ ਸਾਹਿਬ ਪਹੁੰਚੇ ਤੇ ਮਨ ਦੇ ਵਿੱਚ ਖਿਆਲ ਆਇਆ ਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 2 ਕਿਲੋ ਸੋਨੇ ਦਾ ਪਾਤਸ਼ਾਹ ਦੇ ਹਾਰ ਜਿਹੜਾ ਸੀ ਉਹ 13/2/2000 ਦੇ ਵਿੱਚ ਜਿਹੜਾ ਹੈਗਾ ਉਹ ਭੇਟ ਕੀਤਾ ਗਿਆ। ਉਸ ਤੋਂ ਬਾਅਦ ਫਿਰ ਜਦੋਂ ਪਟਨਾ ਸਾਹਿਬ ਇੱਕ ਦਿਨ ਗਏ ਕੁਦਰਤੀ, ਉਸ ਵੇਲੇ ਕਰੋਨੇ ਦਾ ਟਾਈਮ ਸੀ, ਪਾਤਸ਼ਾਹ ਦਾ ਸਾਹਮਣੇ ਸੱਜਿਆ ਹੋਇਆ ਸੀ ਦਰਬਾਰ ਤੇ ਮਨ ਦੇ ਵਿੱਚ ਖਿਆਲ ਆਇਆ ਕਿ ਪਾਤਸ਼ਾਹ ਤੇਰੇ ਕਿੰਨੀ ਸੋਹਣੀ ਕਲਗੀ ਸੱਜੀ ਹੋਵੇ, ਤੂੰ ਬੈਠਾ ਹੋਵੇਂ ਤੇ ਤੈਨੂੰ ਦੇਖ ਰਿਹਾ ਹੋਵਾਂ। ਇੱਕ ਐਸੀ ਵਿਰਾਗੀ ਸਥਿਤੀ ਬਣੀ
कि पटना साहब तो आउंदियां ही लीडर ज्यूलर जलंधर वाला है, उस नूं आउंदियां ही कलगी बाणी दे दित्ती। जिहड़ी कलगी बाणी दित्ती ਉਹ कलगी करीब 6 ਤੋਂ 7 महीने ਦੇ ਵਿੱਚ ਤਿਆਰ ਹੋਈ ਔਰ 19/7 ਨੂੰ ਇਹ ਕਲਗੀ ਜੋ ਹੈ ਸ਼੍ਰੀ ਪਟਨਾ ਸਾਹਿਬ ਪਹੁੰਚੀ। ਇਹ ਕਲਗੀ ਦਾ ਇਹ ਬਿੱਲ ਹੈ ਜਿਹੜਾ ਕਿ ਲੀਡਰ ਜਿਊਲਰ ਦਾ ਹੈ ਔਰ ਦੱਸ ਰਿਹਾ ਹੈ ਵੀ ਇਹ ਕਿੰਨੇ ਦੀ ਕਲਗੀ ਬਣੀ ਹੈ ਔਰ ਜਿੰਨੇ ਵੀ ਪੈਸੇ ਨੇ ਸਾਰੇ ਵਾਈਟ ਦੇ ਵਿੱਚੋਂ ਔਰ ਖਾਤੇ ਦੇ ਵਿੱਚੋਂ ਟ੍ਰਾਂਸਫਰ ਹੋਏ ਨੇ, ਕੋਈ ਕੈਸ਼ ਨਹੀਂ ਦਿੱਤੇ ਗਏ। ਸਾਰੇ ਦੇ ਸਾਰੇ ਹੀ ਪੈਸੇ ਜਿਹੜੇ ਨੇ ਉਹ ਅਕਾਊਂਟ ਦੇ ਵਿੱਚੋਂ ਟ੍ਰਾਂਸਫਰ ਹੋਏ ਨੇ। ਇਸ ਤੋਂ ਬਾਅਦ ਮਨ ਵਿੱਚ ਇਹ ਆਇਆ ਕਿ ਜੇ ਇੱਥੇ ਹੈ ਤੇ ਹਜ਼ੂਰ ਸਾਹਿਬ ਵੀ ਪਾਤਸ਼ਾਹ ਦੀ ਕਲਗੀ ਚਾਹੀਦੀ ਹੈ। ਫਿਰ ਹਜ਼ੂਰ ਸਾਹਿਬ ਵਾਸਤੇ ਪਾਤਸ਼ਾਹ ਦੀ ਕਲਗੀ ਤਿਆਰ ਕਰਵਾਈ, ਜਿਹੜੀ ਸ਼ਿਵਮ ਜਿਊਲਰ ਜੋ ਦਿੱਲੀ ਹੈ ਉਹਨੇ ਤਿਆਰ ਕੀਤੀ, ਜੋ 1 ਕਰੋੜ 73 ਲੱਖ ਦੀ ਬਣੀ। ਇਹ 1 ਕਰੋੜ 29 ਲੱਖ ਦੀ ਬਣੀ ਸੀ, ਜਿਹੜੀ ਉੱਥੇ ਗਈ ਹੈ ਉਹ 1 ਕਰੋੜ 73 ਲੱਖ ਰੁਪਏ ਦੀ ਕਲਗੀ ਬਣੀ ਹੈ। ਉਸ ਤੋਂ ਬਾਅਦ ਫਿਰ ਮਨ ਦੇ ਵਿੱਚ ਸੀ ਕਿ ਪਾਤਸ਼ਾਹ ਦੇ ਵਾਸਤੇ ਸ਼ਾਹੀ ਹਾਰ ਚਾਹੀਦਾ ਹੈ ਔਰ ਜੋ ਉੱਥੇ ਪਟਨਾ ਸਾਹਿਬ ਵਿੱਚ ਪਾਤਸ਼ਾਹੀ ਦਾ ਸੁੱਖ ਆਸਣ ਸੀ ਬਹੁਤ ਪੁਰਾਣਾ ਹੋ ਗਿਆ ਸੀ ਤੇ ਪਾਤਸ਼ਾਹ ਦਾ ਸੁੱਖ ਆਸਣ ਵੀ ਨਵੇਂ ਢੰਗ ਨਾਲ ਤੇ ਇੱਕ ਐਸਾ ਬਣਾਈਏ ਜਿਸ ਤਰ੍ਹਾਂ ਪਰਮਾਤਮਾ ਚੋਜੀ ਸੀ ਤੇ ਉਸੇ ਤਰ੍ਹਾਂ ਦਾ ਹੀ ਬਣੇ। ਇਹਨਾਂ ਸੁੱਖ ਆਸਣ ਜਿਹੜਾ ਉਹ ਪਾਣਾ ਕਰਤਾਰਪੁਰ ਸ਼ੁਰੂ ਕਰ ਦਿੱਤਾ। ਪਤਾ ਹੀ ਹੈ ਕਿ ਸਾਰਾ ਆਸਨਾ ਸੁੱਖ ਆਸਨਾ ਦਾ ਕੰਮ ਜਾਂ ਜਿੰਨਾ ਵੀ ਹੈਗਾ ਸਾਰਾ ਕਰਤਾਰਪੁਰ ਦੇ ਵਿੱਚ ਹੀ ਹੁੰਦਾ ਔਰ ਨਾਲ ਹੀ 2 ਹਾਰ ਬਣਨੇ ਸ਼ੁਰੂ ਕਰਵਾਣੇ ਦੇ ਤੇ ਸ਼ਾਹੀ ਹਾਰ ਜੋ ਸ਼ਿਵਮ ਜਿਊਲਰ ਦਿੱਲੀ ਨੇ ਬਣਾਏ ਨੇ। ਆ ਦੋਵਾਂ ਦੇ ਬਿੱਲ ਮੇਰੇ ਕੋਲ ਨੇ, ਇੱਕ ਇਹ ਰੀਜਨਲ ਬਿੱਲ ਨੇ 57,57,000 ਦਾ ਹੈ ਤੇ ਇੱਕ 57 ਲੱਖ ਕੁਛ ਦਾ ਹੈ ਬਣਾਉਣ ਦੇ ਵਿੱਚ ਜਿਹੜਾ ਥੋੜਾ ਬਹੁਤਾ ਫਰਕ ਪੈਂਦਾ ਉਹ ਹੈ। ਔਰ ਇਹ ਸਾਰੀਆਂ ਪੇਮੈਂਟਾਂ ਬੈਂਕ ਦੇ ਰਾਹੀਂ ਹੋਈਆਂ ਨੇ, ਕੋਈ ਵੀ ਪੇਮੈਂਟ ਕੈਸ਼ ਉਹਨੂੰ ਨਹੀਂ ਜਾਂਦੀ ਰਹੀ। ਫਿਰ ਇਕੱਲਾ ਇੱਥੋਂ ਤੱਕ ਹੀ ਨਹੀਂ, ਜਿੰਨਾ ਵੀ ਸਮਾਨ ਜਾਂਦਾ ਰਿਹਾ ਵਾ ਹਰ ਸਮਾਨ ਦਾ ਮੈਂ ਬਕਾਇਦਾ ਕੱਲਾ ਬੈਂਕ ਤੋਂ ਔਰ ਲੈਬੋਰਟਰੀ ਤੋਂ ਇਹ ਟੈਸਟ ਕਰਵਾਉਂਦਾ ਰਿਹਾ ਕਿ ਇਹਦੇ ਵਿੱਚ ਨਗ ਕਿਹੜੇ ਲੱਗੇ ਨੇ, ਸੋਨਾ ਕਿੰਨਾ ਹੈ, ਕੱਲੀ ਚੀਜ਼ ਵੀ ਕਿਤੇ ਕੋਈ ਗੁਰੂ ਘਰ ਚੀਜ਼ ਜਾਣੀ ਹੈ ਕੋਈ ਮਿਸਟੇਕ ਨਾ ਹੋ ਜਾਵੇ, ਕਿਸੇ ਤਰ੍ਹਾਂ ਦੀ ਕੋਈ ਚੀਜ਼ ਰਹਿ ਨਾ ਜਾਵੇ। ਹੁਣ ਅਸੀਂ 2 ਤਰੀਕ ਨੂੰ 2/1 ਨੂੰ ਪਾਤਸ਼ਾਹ ਦਾ ਤਖਤ ਇਸ਼ਨਾਨ ਸੀ ਪਟਨਾ ਸਾਹਿਬ। ਪਟਨਾ ਸਾਹਿਬ ਉਸ ਦਿਨ ਅਸੀਂ ਪਾਤਸ਼ਾਹ ਜੀ ਦੇ ਜਿਹੜਾ ਸੁੱਖ ਆਸਣ ਲੱਕੜ ਦਾ ਬਣਿਆ ਹੋਇਆ ਸੀ ਉਹ ਲੈ ਕੇ ਗਏ। ਪਾਤਸ਼ਾਹ ਜੀ ਦੇ ਵਾਸਤੇ ਜੋ ਸ਼ਾਹੀ ਹਾਰ ਬਣਿਆ ਸੀ ਉਹ ਲੈ ਕੇ ਪਹੁੰਚੇ। ਇਸ ਤੋਂ ਪਹਿਲਾਂ ਸਿੰਘ ਸਾਹਿਬ ਨੇ ਮੈਨੂੰ ਇਹ ਕਿਹਾ ਸੀ ਕਿ ਪਾਤਸ਼ਾਹ ਦੀ ਵਾਸਤੇ ਇੱਕ ਸੁੰਦਰ ਜਿਹੜੀ ਹੈ ਉਹ ਸ੍ਰੀ ਸਾਹਿਬ ਚਾਹੀਦੀ ਹੈ। ਮੈਂ ਕਿਹਾ ਜੀ ਸੁਨਿਆਰਿਆਂ ਬਾਰੇ ਤੇ ਮੈਨੂੰ ਜਾਣਕਾਰੀ ਹੈ ਤਾਂ ਚੀਜ਼ ਬਣ ਸਕਦੀ ਹੈ, ਲੇਕਿਨ ਸ੍ਰੀ ਸਾਹਿਬ ਕਿਵੇਂ ਬਣਨੀ ਹੈ ਇਹ ਸੁਨਿਆਰਾ ਕਹਿੰਦਾ ਮੇਰੇ ਵੱਸ ਦੀ ਨਹੀਂ, ਮੈਂ ਨਹੀਂ ਬਣਾ ਸਕਦਾ। ਇਸ ਨੇ ਕਿਹਾ ਸ੍ਰੀ ਸਾਹਿਬ ਮੈਂ ਆਪੇ ਬਣਵਾ ਲੈਣਾ, ਜੋ ਵੀ ਉਸ ਦੀ ਸੇਵਾ ਹੋਏਗੀ ਉਹ ਲੈ ਲਵਾਂਗਾ। ਜਿਹੜਾ ਹਾਰ ਸੀਗਾ ਉਹ ਸ਼ਿਵਮ ਜਿਊਲਰ ਨੂੰ ਦੇ ਦਿੱਤਾ ਗਿਆ ਤੇ ਜਿਹੜਾ ਸੁੱਖ ਆਸਣ ਸੀ ਕਰਤਾਰਪੁਰ ਬਣਨਾ ਸ਼ੁਰੂ ਹੋ ਗਿਆ। ਜਿਹੜੀ ਸ੍ਰੀ ਸਾਹਿਬ ਸੀਗੀ ਉਹ ਸਿੰਘ ਸਾਹਿਬ ਨੇ ਆਪ ਬਣਵਾਈ, ਕਿੱਥੋਂ ਬਣਾਈ, ਕਿਹਦੇ ਕੋਲੋਂ ਬਣਵਾਈ, ਇਹਦੇ ਬਾਰੇ ਉਸੇ ਨੂੰ ਜਾਣਕਾਰੀ ਹੈ। ਜਦੋਂ ਅਸੀਂ 2 ਤਰੀਕ ਨੂੰ ਉੱਥੇ ਪਹੁੰਚੇ ਆ ਤੇ ਜਿਹੜੀ ਸ੍ਰੀ ਸਾਹਿਬ ਸੀ ਉਹ ਪੂਰੀ ਪੈਕ ਕੀਤੀ ਹੋਈ ਸਿੰਘ ਸਾਹਿਬ ਜੀ ਦੇ ਕਮਰੇ ਵਿੱਚ ਪਈ ਸੀ। ਬਾਕੀ ਸਾਰਾ ਸਮਾਨ ਉਤਾਰਿਆ, ਸਿੰਘ ਸਾਹਿਬ ਜੀ ਨੇ ਰੱਖਿਆ ਕਿ ਤੁਸੀਂ ਅੰਦਰ ਲੈ ਕੇ ਇਸ ਟਾਈਮ ਦੇ ਉੱਤੇ ਪਹੁੰਚ ਜਾਣਾ। ਪਹੁੰਚ ਗਏ। ਜਿਹੜਾ ਸੁੱਖ ਆਸਣ ਸੀ ਪਾਤਸ਼ਾਹ ਦਾ ਪਿੱਛੇ ਜੋ ਗਰਭ ਸਥਾਨ ਹੈ ਉਸ ਥਾਂ ਤੇ ਫਿੱਟ ਕੀਤਾ ਗਿਆ। ਜਿਹੜਾ ਹਾਰ ਸੀ ਉਹ ਪਾਤਸ਼ਾਹ ਜੀ ਦਾ ਪਹਿਨਾਇਆ ਗਿਆ ਔਰ ਜਿਹੜੀ ਸ੍ਰੀ ਸਾਹਿਬ ਸੀ ਰੱਖੀ ਗਈ, ਪਾਤਸ਼ਾਹ ਦੀ ਸਜਾਈ ਗਈ। ਔਰ ਉਸ ਤੋਂ ਬਾਅਦ 3 ਤਰੀਕ ਨੂੰ ਪੂਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਸੀ, ਜਿਹਦੇ ਵਿੱਚ ਅਵਤਾਰ ਸਿੰਘ ਹਿੱਤ ਸੀਗੇ, ਚਰਨਜੀਤ ਸਿੰਘ ਸੈਕਟਰੀ ਸੀ, ਸੋਹੀ ਸਾਹਿਬ ਸੀ, ਬਾਕੀ ਸਾਰੇ ਮੈਂਬਰ ਤੇ ਰਣਜੀਤ ਸਿੰਘ ਗੌਰ
ਮਸਕੀਨ ਜੋ ਨੇ, ਜਿਹਨਾਂ ਗੌਰੇ ਮਸਕੀਨ ਕਹਿ ਦਿੰਦੇ ਨੇ, ਰਣਜੀਤ ਸਿੰਘ ਗੌਰੇ ਮਸਕੀਨ, ਇਹ ਸਾਰੇ ਹਾਜ਼ਰ ਸਨ। ਇਹਨਾਂ ਕਿਹਾ ਪਾਤਸ਼ਾਹ ਦਾ ਜੋ ਪੀੜਾ ਸਾਹਿਬ ਹੈ ਜਿਸ ਦੇ ਉੱਤੇ ਪ੍ਰਕਾਸ਼ ਕੀਤਾ ਜਾਂਦਾ ਹੈ, ਉਹ ਪੀੜਾ ਸਾਹਿਬ ਦੀ ਅਵਸਥਾ ਕੋ ਬਹੁਤ ਵਧੀਆ ਨਹੀਂ ਰਹੀ। ਇਹ ਪੀੜਾ ਸਾਹਿਬ ਨੂੰ ਸ਼ਿੰਗਾਰ ਕੇ ਦੁਨੀਆ ਦੇ ਦਰਸ਼ਨਾਂ ਵਾਸਤੇ ਰੱਖਿਆ ਜਾਏਗਾ। ਇੱਕ ਨਵਾਂ ਪੀੜਾ ਸਾਹਿਬ ਸਾਨੂੰ ਬਣਵਾ ਕੇ ਦਿਓ। ਮੈਂ ਕਿਹਾ ਜੀ ਠੀਕ ਹੈ, ਪੀੜਾ ਸਾਹਿਬ ਜੋ ਹੈ ਤੁਹਾਨੂੰ ਬਣਵਾ ਦਿੰਦੇ ਹਾਂ, ਪਰ ਮੈਨੂੰ ਪਤਾ ਨਹੀਂ ਪੀੜਾ ਸਾਹਿਬ ਦਾ ਸਾਈਜ਼ ਕੀ ਹੁੰਦਾ ਹੈ, ਕਿਸ ਤਰ੍ਹਾਂ ਹੁੰਦਾ ਹੈ। ਇਹ ਕਹਿੰਦੇ ਜਿਸ ਦੇ ਕੋਲੋਂ ਮੈਂ ਪਹਿਲਾਂ ਸ੍ਰੀ ਸਾਹਿਬ ਬਣਵਾਈ ਸੀ, ਉਸੇ ਦੇ ਕੋਲੋਂ ਹੀ ਮੈਂ ਇਹ ਜਿਹੜੀ ਹੈ ਪੀੜਾ ਸਾਹਿਬ ਬਣਵਾ ਦਿੰਦਾ। ਦੂਸਰਾ ਮੈਂ ਇਹ ਵੀ ਗੱਲ ਕਲੀਅਰ ਕਰ ਦਿਆਂ ਕਿ ਜਦੋਂ ਸ੍ਰੀ ਸਾਹਿਬ ਉੱਥੇ ਪਹੁੰਚੇ, ਅਸੀਂ ਸ੍ਰੀ ਸਾਹਿਬ ਦਿੱਤੀ ਹੈ ਤੇ ਸਿੰਘ ਸਾਹਿਬ ਨੇ ਸਾਨੂੰ ਦੱਸਿਆ ਕਿ ਇਹ ਸਵਾ ਸੇਰ ਸੋਨੇ ਦੀ ਬਣੀ ਹੈ, ਸਵਾ ਸੇਰ ਸੋਨਾ ਇਹਦੇ ਉੱਤੇ ਲੱਗਿਆ ਹੋਇਆ, ਔਰ ਇਸ ਦੇ ਉੱਤੇ ਕੀਮਤ ਜਿਹੜੀ ਆਈ ਹੈ ਉਹ 70 ਲੱਖ ਰੁਪਏ ਆਈ ਹੈ। ਔਰ ਉਹ 70 ਲੱਖ ਰੁਪਈਆ ਜੋ ਉਹਦੀ ਕੀਮਤ ਆਈ ਸੀ ਸ੍ਰੀ ਸਾਹਿਬ ਦੇ ਉੱਤੇ, ਉਹ ਸਿੰਘ ਸਾਹਿਬ ਨੇ ਵਸੂਲ ਕੀਤੀ ਹੈ ਮੇਰੇ ਕੋਲ। ਫਿਰ 2 ਤਰੀਕ ਨੂੰ ਜਿਸ ਦਿਨ ਸਨਮਾਨਿਤ ਕੀਤਾ ਗਿਆ, ਉਸ ਦਿਨ ਸਿੰਘ ਸਾਹਿਬ ਨੇ ਬਕਾਇਦਾ ਆਨੰਦ ਸੇਵਕ ਦਾ ਸਨਮਾਨ ਦਿੱਤਾ ਹੈ। ਉਹ ਸਾਰੀਆਂ ਵੀਡੀਓ ਰਿਕਾਰਡਿੰਗਾਂ ਮੇਰੇ ਕੋਲ ਨੇ, ਉਹ ਸਨਮਾਨ ਮੇਰੇ ਕੋਲ ਨੇ, ਉਹ ਸਾਰੀਆਂ ਮੈਂ ਤੁਹਾਨੂੰ ਹੁਣੇ ਵੀਡੀਓ ਸੈਂਡ ਕਰ ਦਿੰਦਾ, ਜਿਹਦੇ ਵਿੱਚ ਆਪ ਸਾਰਾ ਕੁਝ ਬੋਲ ਰਹੇ ਨੇ, ਆਪ ਸਾਰਾ ਕੁਝ ਸੁਣਾ ਰਹੇ ਹੈਗੇ ਨੇ। ਉਹ ਦੇ ਵਿੱਚ ਇਹ ਦੱਸ ਰਹੇ ਨੇ ਵੀ ਆਹ ਚੀਜ਼ਾਂ ਆਈਆਂ ਨੇ, ਸਾਰੀਆਂ ਚੀਜ਼ਾਂ ਦੇ ਨਾਂ ਲੈ ਲੈ ਕੇ ਬਕਾਇਦਾ ਦੱਸ ਰਹੇ ਨੇ ਕਿ ਸਵਾ ਸੇਰ ਸ੍ਰੀ ਸਾਹਿਬ ਸੋਨੇ ਦੀ ਭੇਂਟ ਹੋਈ ਹੈ। ਇਸ ਤੋਂ ਬਾਅਦ ਫਿਰ 3 ਤਰੀਕ ਦੀ ਮੀਟਿੰਗ ਦੀ ਗੱਲ ਚੱਲਦੀ ਹੈ ਤੇ ਉੱਥੇ ਪੀੜਾ ਸਾਹਿਬ ਦੀ ਗੱਲ ਹੋਈ ਤੇ ਮੈਨੂੰ ਕਹਿੰਦੇ ਕਿ ਪੀੜਾ ਸਾਹਿਬ ਦੀ ਸੇਵਾ ਜੋ ਹੈ ਉਹ ਆਪ ਜੀ ਨੂੰ ਦੇਣੀ ਹੈ। ਮੈਂ 7 ਵਚਨ ਕਿਹਾ, ਇਹਨਾਂ ਕਿਹਾ ਮੈਂ ਪੀੜਾ ਸਾਹਿਬ ਬਣਾ ਲੈਣਾ। ਵਿਸਾਖੀ ਦਾ ਦਿਹਾੜਾ ਆ, ਵਿਸਾਖੀ ਦੇ ਦਿਹਾੜੇ ਤੇ ਅਸੀਂ ਹਜੂਰ ਸਾਹਿਬ ਸੀ ਤੇ ਹਜੂਰ ਸਾਹਿਬ ਤੋਂ ਸਿੱਧੇ ਪਟਨਾ ਸਾਹਿਬ ਪਹੁੰਚੇ। ਵਿਸਾਖੀ ਤੋਂ ਇੱਕ ਦਿਨ ਪਹਿਲਾਂ 2 ਦਿਨ ਇਹ ਦਿਨ ਅਸੀਂ ਪਹੁੰਚੇ ਹਾਂ। ਨਾਲ ਮੇਰੇ ਕੋਲ 22-23 ਹੋਰ ਸੰਗਤ ਦੇ ਆਦਮੀ ਸੀਗੇ, ਸਾਰੇ ਹੀ ਸਿੰਘ ਜਿਹੜੇ ਨਾਲ ਬੈਠੇ ਸਾਰੇ ਨਾਲ ਸੀਗੇ। ਇਹਦੇ ਜੋ ਕੁਆਟਰ ਹੈ ਜਿੱਥੇ ਰਹਿੰਦਾ, ਉੱਥੇ ਹੀ ਪੈਕ ਕੀਤਾ ਹੋਇਆ ਪੀੜਾ ਸਾਹਿਬ ਪਿਆ ਸੀ ਔਰ ਇਹ ਸਾਰੇ ਹਾਜ਼ਰ ਨੇ। ਸਾਰਿਆਂ ਦੇ ਸਾਹਮਣੇ ਇਸਨੇ ਕਿਹਾ ਕਿ 5 ਕਿਲੋ ਸੋਨਾ ਪੀੜਾ ਸਾਹਿਬ ਤੇ ਲੱਗਾ ਹੈ ਔਰ 4 ਕਿਲੋ ਚਾਂਦੀ ਇਸ ਦੇ ਉੱਤੇ ਲੱਗੀ ਹੋਈ ਹੈ। ਠੀਕ ਹੈ ਜੀ, 7 ਵਚਨ ਪੈਕਿੰਗ ਸੀ, ਪੈਕਿੰਗ ਵੀ ਨਹੀਂ ਖੋਲੀ। ਉਸੇ ਤਰ੍ਹਾਂ ਪਰਮਾਈ ਨੇ ਕਿਹਾ 7:30 ਵਜੇ ਲੈ ਕੇ ਤੁਸੀਂ ਦਰਬਾਰ ਸਾਹਿਬ ਪਹੁੰਚ ਜਾਣਾ ਹੈ। ਇਹਦੇ ਕਹੇ ਮੁਤਾਬਕ ਅਸੀਂ 7:30 ਵਜੇ ਦਰਬਾਰ ਸਾਹਿਬ ਲੈ ਕੇ ਪਹੁੰਚ ਗਏ। ਆ ਲਾਈਵ ਰਿਕਾਰਡ ਮੈਂ ਤੁਹਾਨੂੰ ਦਿੰਦਾ, ਉਹ ਸੁਣ ਲਿਓ ਸਾਰੀਆਂ ਵੀ ਇਹ ਕੀ ਬੋਲ ਰਿਹਾ ਹੈਗਾ। ਔਰ ਸਾਰਾ ਕੁਝ ਹੋ ਗਿਆ। ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਕਿ ਤੁਸੀਂ ਇਹ ਕਹਿੰਦੇ ਹੋ 5 ਕਿਲੋ ਸੋਨਾ ਹੈ, 4 ਕਿਲੋ ਚਾਂਦੀ ਹੈ, ਲੇਬਰ ਆਈ ਹੈ। ਮੈਂ ਅਜੇ ਤੱਕ ਜਿੰਨੀਆਂ ਵੀ ਚੀਜ਼ਾਂ, ਚਾਹੇ ਉਹ 20 ਕਰੋੜ ਦੀਆਂ ਹੋਈਆਂ ਨੇ, ਚਾਹੇ 22 ਕਰੋੜ ਦੀਆਂ ਬਣੀਆਂ ਨੇ, ਉਹ ਸਾਰੀਆਂ ਦੀ ਹੀ ਰਸੀਦਾਂ ਬਿੱਲ ਲਏ ਨੇ, ਵਾਈਟ ਵਿੱਚ ਪੈਸੇ ਦਿੱਤੇ ਨੇ ਤੇ ਮੈਨੂੰ ਰਸੀਦਾਂ ਅਜੇ ਤੱਕ ਕਿਸੇ ਚੀਜ਼ ਦੀਆਂ ਨਹੀਂ ਮਿਲੀਆਂ। ਕਿ ਨਾ ਕੋਈ ਕਲਗੀ ਦੀ ਮਿਲੀ ਹੈ, ਨਾ ਕੋਈ ਹਾਰ ਦੀ ਮਿਲੀ ਹੈ, ਨਾ ਕਿਸੇ ਵੀ ਚੀਜ਼ ਦੀ ਕੋਈ ਰਸੀਦ ਮੈਨੂੰ ਨਹੀਂ ਮਿਲੀ। ਤੇ ਦੂਸਰਾ ਮੈਨੂੰ ਬਿੱਲ ਦਿੱਤੇ ਜਾਣ। ਜਿਸ ਦਿਨ ਤੁਸੀਂ ਮੈਨੂੰ ਬਿੱਲ ਦੇ ਦਿੰਦੇ ਹੋ ਕਿ ਸੋ ਪੀੜਾ ਸਾਹਿਬ ਦੇ ਉੱਤੇ ਇੰਨਾ ਸੋਨਾ ਲੱਗਾ, 5 ਕਿਲੋ ਲੱਗਾ, 6 ਕਿਲੋ ਲੱਗਾ, ਜਿੰਨਾ ਵੀ ਲੱਗਾ, ਜਿੰਨੀ ਚਾਂਦੀ ਲੱਗੇ, ਮੈਂ ਉਸੇ ਵੇਲੇ ਪੈਸੇ ਦੇ ਦਿਆਂਗਾ। ਇਹ ਅੱਜ ਕੱਲ ਦੇ ਕਰਦਿਆਂ ਲਮਕਾਉਂਦਿਆਂ ਕਾਫੀ ਦਿਨ ਲੱਟੇ ਗਏ। ਮੇਰਾ ਵੀ ਸ਼ੱਕ ਇਸ ਤੇ ਵੱਧ ਗਿਆ ਵੀ ਕੁਛ ਨਾ ਕੁਛ ਗੜਬੜ ਹੈ। ਜੇ ਸੁਨਿਆਰੇ ਕੋਲੋਂ ਬਣਾਈ ਹੈ ਤੇ ਸੁਨਿਆਰੇ ਨੂੰ ਜਦੋਂ GST ਦੇਣ ਲਈ, ਸਾਰਾ ਕੁਝ ਦੇਣ ਲਈ ਤਿਆਰ ਹਾਂ, ਉਸ ਨੂੰ ਪੱਕਾ ਬਿੱਲ ਬਣਾਉਣ ਵਿੱਚ ਇਤਰਾਜ਼ ਕੀ ਹੈ। ਮੈਂ ਪਟਨਾ ਸਾਹਿਬ ਪਹੁੰਚਿਆ। ਕੁਛ ਤਖਤ ਦੇ ਅੰਦਰ ਸਹਿਯੋਗੀ ਸਾਥੀ ਸਨ, ਉਹਨਾਂ ਨੂੰ ਦੱਸਿਆ ਵੀ ਆਹ ਗੱਲ ਹੈ। ਕੁਛ ਹੋਰ ਸੱਜਣਾਂ ਨੂੰ ਦੱਸਿਆ ਵੀ ਇਹ ਗੱਲ ਹੈ, ਮੈਨੂੰ ਇਹ ਰਸੀਦਾਂ ਨਹੀਂ ਦੇ ਰਿਹਾ, ਮੈਨੂੰ ਇਹ ਬਿੱਲ ਨਹੀਂ ਦੇ ਰਿਹਾ ਤੇ ਇਹਦੀ ਇਨਕੁਆਇਰੀ ਕਰਾਈ ਜਾਵੇ। ਉਹਨਾਂ ਨੇ ਆਪਣੇ ਤੌਰ ਤੇ ਇਨਕੁਆਇਰੀ ਦਾ ਰੌਲਾ ਪਾਇਆ ਜੀ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਕਿਹੜੀ ਚੀਜ਼ ਕਿੰਨੀ ਹੈ। ਇਨਕੁਆਇਰੀ ਵਾਸਤੇ ਕਮੇਟੀ ਬਣੀ। ਕਮੇਟੀ ਦੇ ਵਿੱਚੋਂ ਜਿਹੜੀ ਕਲਗੀ ਸੀ ਉਹ ਜਿੰਨੇ ਦੀ ਸੀ, ਜੋ ਬਿੱਲ ਸੀ ਉਹਦੇ ਮੁਤਾਬਕ ਬਿਲਕੁਲ ਸਹੀ ਪਾਈ ਗਈ। ਜੋ ਹਾਰ ਸੀ, ਜੋ ਬਿੱਲ ਸੀ, ਉਸ ਦੇ ਮੁਤਾਬਕ ਬਿਲਕੁਲ ਸਹੀ ਪਾਈ ਗਈ।
ਜਦੋਂ ਸ੍ਰੀ ਸਾਹਿਬ ਦੀ ਵਾਰੀ ਆਈ ਤੇ ਸ੍ਰੀ ਸਾਹਿਬ ਜਿਹੜੀ ਇਹ ਕਹਿੰਦਾ ਕਿ ਸਵਾ ਸੇਰ ਦੀ ਹੈ, ਉਹ ਸ੍ਰੀ ਸਾਹਿਬ ਦੇ ਉੱਤੇ ਕੇਵਲ 5 ਤੋਂ 10 ਗ੍ਰਾਮ ਸੋਨਾ ਉੱਤੇ ਲੱਗਾ, ਕੇਵਲ ਕਹ ਲਓ ਪਾਲਿਸ਼ ਕੀਤੀ ਹੋਈ ਸੀਗੀ। ਜਿਹੜਾ ਪੀੜਾ ਸਾਹਿਬ ਕਹਿੰਦਾ ਸੀ ਕਿ 5 ਕਿਲੋ ਤੇ ਇਹਦੇ ਉੱਤੇ ਸੋਨਾ ਹੈ ਤੇ ਬਾਕੀ ਜਿਹੜੀ ਚਾਂਦੀ ਲੱਗੀ ਹੋਈ ਹੈ ਉਹਦੇ ਉੱਤੇ ਕੇਵਲ 50 ਤੋਂ 60 ਗ੍ਰਾਮ ਜਿਹੜਾ ਹੈਗਾ ਉਹ ਸੋਨਾ ਲੱਗਾ ਨਿਕਲਿਆ। ਹੁਣ ਮੇਰੇ ਕੋਲੋਂ ਪੈਸੇ ਤਾਂ ਇਹਨੇ ਸ੍ਰੀ ਸਾਹਿਬ ਦੇ ਵੀ ਲੈ ਲਏ ਨੇ ਤੇ ਦੂਸਰੇ ਵੀ ਲੈਣ ਦੀ ਕੋਸ਼ਿਸ਼ ਕਰਦਾ ਸੀ, ਪਰ ਮੈਂ ਵਿੱਚ ਇਹ ਰੌਲਾ ਪਾਇਆ ਕਿ ਮੈਨੂੰ ਇਹ ਚਾਹੀਦੇ ਹੈਗੇ, ਬਿੱਲ ਚਾਹੀਦੇ ਨੇ, ਮੈਂ ਵਾਈਟ ਦੇ ਵਿੱਚੋਂ ਪੈਸੇ ਦੇਣੇ ਨੇ, ਬੈਂਕ ਦੇ ਵਿੱਚੋਂ ਪੈਸੇ ਦੇਣੇ ਨੇ, ਪਰ ਇਹ ਸਾਰਾ ਕੁਝ ਪੈਸੇ ਲੈ ਪਾਉਂਦਾ ਜਾਂ ਕਾਮਯਾਬ ਹੁੰਦਾ ਉਸ ਤੋਂ ਪਹਿਲਾਂ ਹੀ ਸਾਰਾ ਖੁਲਾਸਾ ਹੋ ਗਿਆ। ਜਦੋਂ ਖੁਲਾਸਾ ਹੋ ਗਿਆ ਤੇ ਇਸ ਤੋਂ ਇਲਾਵਾ ਵੀ ਮੈਂ ਜਾਣਕਾਰੀ ਦੇ ਦਿਆਂ ਕਿ ਇਸ ਆਦਮੀ ਨੂੰ ਇੱਕ ਸਿੰਘ ਸਾਹਿਬ ਹੋਣ ਦੇ ਸਤਿਕਾਰ ਵਜੋਂ, ਕਿ ਸਾਡੇ ਸਿੰਘ ਸਾਹਿਬ ਨੇ ਮਨ ਦੇ ਵਿੱਚ ਸਤਿਕਾਰ ਹੈ ਕਿ ਬਹੁਤ ਵੱਡੀ ਉੱਚੀ ਪਦਵੀ ਹੈ ਤੇ ਸਾਨੂੰ ਸਤਿਕਾਰ ਕਰਨਾ ਚਾਹੀਦਾ, ਇੱਕ 25 ਲੱਖ ਰੁਪਏ ਦੀ ਲੋਈ ਦਿੱਤੀ ਗਈ, ਜਿਸ ਲੋਈ ਦੇ ਵਿੱਚ ਸੋਨੇ ਦੀਆਂ ਤਾਰਾਂ ਸਨ। ਜਿਸ ਦਿਨ ਮੇਰੇ ਕੋਲ ਘਰ ਆਏ ਨੇ ਸਵਾਗਤ ਤੇ, ਔਰ ਇਸ ਤੋਂ ਇਲਾਵਾ ਇੱਕ ਘੜੀ ਸੀ, ਜਿਸ ਘੜੀ ਦੇ ਉੱਪਰ 265 ਹੀਰੇ ਲੱਗੇ ਸੀ ਤੇ ਸ਼ਿਵਮ ਜਿਊਲਰ ਜ਼ਿਲ੍ਹਾ ਦਿੱਲੀ ਨੇ ਤਿਆਰ ਕੀਤੀ ਸੀ, ਉਹ ਇਹਨੂੰ ਦਿੱਤੀ ਗਈ ਕਿ ਇਹ ਤੁਹਾਡੇ ਸਤਿਕਾਰ ਵਜੋਂ ਹੈ। ਉਸ ਤੋਂ ਇਲਾਵਾ ਇੱਕ ਹੋਰ ਘੜੀ ਜਿਹਦੇ ਵਿੱਚ ਅੰਦਰ ਕੰਪਨੀ ਤੋਂ ਲੱਗੇ ਹੋਏ ਹੀਰੇ ਆਉਂਦੇ ਨੇ, ਉਹ ਵੀ ਇਹਨੂੰ ਦਿੱਤੀ ਗਈ। ਇਸ ਤੋਂ ਇਲਾਵਾ ਇਹ ਹਫ਼ਤੇ ਦੇ ਵਿੱਚ ਇੱਕ ਵਾਰੀ, ਮਹੀਨੇ ਵਿੱਚ 4-5 ਵਾਰੀ ਮੇਰੇ ਕੋਲ ਆਉਂਦੇ ਸੀ ਤੇ ਜਿੱਦਣ ਵੀ ਆਉਂਦੇ ਸੀ ਸੇਵਾ ਦੇ ਨਾਂ ਦੇ ਉੱਤੇ ਇਹ ਹਮੇਸ਼ਾ ਹੀ ਕਦੀ ਲੱਖ, ਕਦੀ 2 ਲੱਖ ਤੇ ਕਦੀ 3 ਲੱਖ ਰੁਪਈਆ ਲੈ ਕੇ ਜਾਂਦੇ ਸੀ। ਜਿਹੜੀ ਹੁਣ ਤੱਕ ਦੀ ਮੇਰੀ ਡਾਇਰੀ ਦੇ ਉੱਪਰ ਗਿਣਤੀ ਹੈ ਉਹ 1 ਕਰੋੜ 24 ਲੱਖ ਰੁਪਈਆ ਬਣਦੀ ਹੈ, ਜਿਹੜੇ ਸੇਵਾ ਦੇ ਨਾਂ ਤੇ ਇਹਨਾਂ ਨੇ ਮੇਰੇ ਕੋਲ ਖੜੇ ਨੇ। ਲੇਕਿਨ ਉਹਨਾਂ ਦੀ ਪਟਨਾ ਸਾਹਿਬ ਤੇ ਕਿਤੇ ਵੀ ਐਂਟਰੀ ਨਹੀਂ ਹੈਗੀ, ਪਟਨਾ ਸਾਹਿਬ ਵਿੱਚ ਉਹਦੀ ਕੋਈ ਰਸੀਦ ਨਹੀਂ ਕੱਟੀ ਗਈ, ਉਹ ਸਾਰੇ ਹੀ ਪੈਸੇ ਇਹਨਾਂ ਦੀ ਪਾਕਟ ਦੇ ਵਿੱਚ ਗਏ। ਔਰ ਇਹ ਬੰਦਾ ਇੰਨੀਆਂ ਹੇਰਾ ਫੇਰੀਆਂ ਕਰ ਰਿਹਾ ਸਾਡੇ ਨਾਲ ਤੇ ਕੀ ਗੁਰੂ ਪਾਤਸ਼ਾਹ ਦੇ ਨਾਲ ਹੀ ਇਹ ਕੁਝ ਕਰ ਰਿਹਾ ਹੈਗਾ। ਤੇ ਜਦੋਂ ਇਹ ਗੱਲ ਦਾ ਖੁਲਾਸਾ ਹੋਇਆ ਵੀ ਇਹ ਚੀਜ਼ਾਂ ਘੱਟ ਨਿਕਲੀਆਂ ਨੇ, ਮੈਨੂੰ ਮੈਸੇਜ ਮਿਲਿਆ ਤੇ ਮੈਂ ਕਿਹਾ ਜੀ ਠੀਕ ਹੈ, ਮੈਂ 6 ਤਰੀਕ ਨੂੰ ਆ ਰਿਹਾ ਪਟਨਾ ਸਾਹਿਬ, ਸਾਰੇ ਬਿੱਲ ਸਾਰੀਆਂ ਚੀਜ਼ਾਂ ਮੇਰੇ ਕੋਲ ਨੇ, ਮੈਂ ਸਾਰਾ ਕੁਝ ਹੀ ਖੋਲ ਕੇ ਅੱਗੇ ਰੱਖ ਦਿਆਂਗਾ। ਇਸ ਨੂੰ ਡਰ ਪੈ ਗਿਆ ਕਿ ਇਹ ਪਹੁੰਚ ਗਿਆ ਤੇ ਸਾਰਾ ਕੁਝ ਖਲਾਰਾ ਖੁੱਲ ਜਾਣਾ ਹੈ। ਇਸ ਨੇ 4 ਤਰੀਕ ਨੂੰ ਹੀ ਮੈਂ ਉੱਥੇ ਪਹੁੰਚ ਗਿਆ ਸੀ। 4 ਤਰੀਕ ਨੂੰ 에ਅਰਪੋਰਟ ਤੇ ਗੱਡੀਆਂ ਭੇਜੀਆਂ ਕਿ ਸਮੇਂ ਨੂੰ ਬਿਠਾ ਕੇ ਕਿਸ ਤਰ੍ਹਾਂ ਲੈ ਆਓ, ਪਰ ਮੈਂ ਇਹਨਾਂ ਦੀ ਗੱਡੀ 'ਚ ਨਹੀਂ ਬੈਠਿਆ, ਇੱਕ ਹੋਰ ਗੱਡੀ ਲੈ ਕੇ ਪਹੁੰਚ ਗਿਆ। ਫਿਰ ਇਹਨਾਂ ਨੇ ਕੀਤੀ ਕੋਸ਼ਿਸ਼ ਕਿ ਸਮੇਂ ਨੂੰ ਬੋਲਣ ਤੋਂ ਕਿਸ ਤਰ੍ਹਾਂ ਰੋਕਿਆ ਜਾਵੇ। 4 ਤਰੀਕ ਨੂੰ ਇਸ ਨੇ ਇੱਕ FIR ਦਰਜ ਕਰਾਈ ਵੀ ਸੋਨਾ ਦਰਬਾਰ ਸਾਹਿਬ ਆਇਆ ਸੀ ਜੀ, ਉਹ ਘੱਟ ਨਿਕਲਿਆ। ਦੁਨੀਆ ਦੇ ਵਿੱਚ, ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ FIR ਹੋਏਗੀ ਵੀ ਕਿਸੇ ਸ਼ਰਧਾਲੂ ਨੇ ਕਿਤੇ ਕੋਈ ਗੁਰੂ ਘਰ ਕੋ ਚੜਾਇਆ ਹੋਵੇ ਜੀ ਇਹ ਘੱਟ ਨਿਕਲਿਆ ਵਾ ਤੇ ਪਰਚਾ ਦਰਜ ਕਰ ਦੇ। ਜਿੰਨੀ ਕਿਸੇ ਦੀ ਹੈਸੀਅਤ ਹੈ ਉਹਨੇ ਚੜਾ ਦਿੱਤਾ, ਕਿਸੇ ਨੇ 5 ਰੁਪਏ ਚੜਾਏ, ਕਿਸੇ ਨੇ 10 ਰੁਪਏ ਚੜਾਏ ਤੇ ਇਹ ਉਸ ਚੀਜ਼ ਨੂੰ ਲੈ ਕੇ ਜਾਂ ਇਹ ਕਹਿੰਦੇ ਅਸੀਂ ਰਸੀਦਾਂ ਕੱਟੀਆਂ ਜੀ, ਸਾਰਾ ਕੁਝ ਕੀਤਾ ਹੈ, ਜਾਂ ਡਾਕਟਰ ਨੇ ਕੋਈ ਧੋਖਾ ਕੀਤਾ ਸਾਡੇ ਨਾਲ। ਰਸੀਦਾਂ ਆਪ ਅਜੇ ਤੱਕ ਨਹੀਂ ਦਿੱਤੀਆਂ ਹੈਗੀਆਂ। ਫਿਰ ਜਿਹੜੀ ਸਭ ਤੋਂ ਵੱਡੀ ਸ੍ਰੀ ਸਾਹਿਬ ਦੀ ਗੱਲ ਹੈ ਉਹ ਇਹ ਆਪ ਲਿਖ ਰਿਹਾ ਮਿਤੀ 2/1/2022 ਨੂੰ, ਜੋ ਇਹਨੇ ਲਿਖਿਆ ਹੈ ਕਿ ਡਾਕਟਰ ਗੁਰਵਿੰਦਰ ਸਿੰਘ ਸਮਰਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਹਸਪਤਾਲ ਸ਼੍ਰੀ ਕਰਤਾਰਪੁਰ ਸਾਹਿਬ ਵਾਲਿਆਂ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਥਾਹ ਮਿਹਰ ਭਰਿਆ ਹੱਥ ਰੱਖ ਕੇ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਲਈ ਬੇਸ਼ਕੀਮਤੀ ਹੀਰੇ ਜੜਿਆ ਸੋਨੇ ਦੀ ਕਲਗੀ, ਇੱਕ ਬੇਸ਼ਕੀਮਤੀ 1300 ਹੀਰੇ ਜੜਤ 5 ਫੁੱਟ ਸੋਨੇ ਦਾ ਹਾਰ ਜਿਸ ਵਿੱਚ ਬੇਸ਼ਕੀਮਤੀ ਹੀਰੇ ਰਤਨ ਲਗਾਏ ਗਏ ਹਨ ਅਤੇ ਇੱਕ ਸਵਾ ਸੇਰ ਸੋਨੇ ਦੀ ਸ੍ਰੀ ਸਾਹਿਬ ਕਿਰਪਾਨ ਬੇਸ਼ਕੀਮਤੀ ਸੁਖ ਆਸਨ ਲਈ ਪਲੰਗ ਭੇਟਾ ਕੀਤਾ ਹੈ। ਬੜਾ ਕਲੀਅਰ ਲਿਖਿਆ ਕਿ ਸਵਾ ਸੇਰ ਸੋਨੇ ਦੀ ਕਿਰਪਾਨ ਭੇਟ ਕੀਤੀ ਗਈ ਹੈ ਤੇ ਗੁਰਵਿੰਦਰ ਸਿੰਘ ਸਮਰਾ ਜੀ ਨੂੰ ਆਨੰਦ ਸੇਵਕ ਸਨਮਾਨ ਦੇ ਨਾਲ ਨਵਾਜਿਆ ਜਾਂਦਾ ਹੈ। ਗੁਰੂ ਸਾਹਿਬ ਮਿਹਰ ਕਰਕੇ ਆਪਣੇ ਆਨੰਦ ਸੇਵਕ ਨੂੰ
सेवा का मान बख्शी रखन ਅਤੇ ਹੋਰ ਸੇਵਾਵਾਂ ਕਰਨ ਦਾ ਮਨ ਬਖਸ਼ਣ। ਇਸ ਤੋਂ ਵੱਡਾ ਇਸ ਦਾ ਕੀ ਪ੍ਰੂਫ ਹੋ ਸਕਦਾ ਹੈ ਕਿ ਜਿਹੜੀ ਸਵਾ ਸੇਰ ਦੀ ਇਹ ਲਿਖ ਕੇ ਦੇ ਰਿਹਾ ਉਹ ਅੱਜ ਜਿਹੜੀ ਕੀ ਹੈ ਕਿ 5 ਜਾਂ 7 ਗ੍ਰਾਮ ਦੀ ਸ੍ਰੀ ਸਾਹਿਬ ਰਹਿ ਰਹੀ ਹੈ ਉਹਦੇ ਤੋਂ ਨਿਕਲਿਆ ਹੈ। ਇਹ ਸ੍ਰੀ ਸਾਹਿਬ ਕਿੱਥੇ ਗਈ ਹੈ? ਇਹ ਬਣਾਉਣ ਵੇਲੇ ਇਹਨੇ ਹੀਰਾਫੇਰੀ ਕੀਤੀ ਹੈ ਜਾਂ ਬਾਅਦ ਵਿੱਚ ਹੀਰਾਫੇਰੀ ਕੀਤੀ ਹੈ? ਇਹ ਸਿੰਘ ਸਾਹਿਬ ਨੇ ਕਿੱਥੇ ਹੀਰਾਫੇਰੀ ਕੀਤੀ ਹੈ ਤਾਂ ਸਿੰਘ ਸਾਹਿਬ ਦੱਸੇ। ਇਹ ਕੌਮ ਨੂੰ ਜਵਾਬ ਦੇਵੇ कि जिहड़ी सवा शेर दी श्री साहब का तुसीं लिख के दिता है, बकायदा बोलिया लाइव किया है, वो सवा शेर दी श्री साहब कित्थे है दसो सानूं। और सवा शेर दी श्री साहब उत्थे नहीं हैगी, उतों सवा शेर दी श्री साहब नहीं जिहड़ी उत्थे एक श्री साहब पई है वो कीमत उस दे उत्ते 12 तो 13 ग्राम जो है वो सोना लग्या होया हैगा, 10-12 ग्राम सोना लग्या पिया हैगा। जेकर पीड़ा साहब की गल करिए उत्ते 50 तो 60 ग्राम सोना लग्या पिया हैगा। और हर गुरुद्वारा साहब का असूल है कि जदों भी असीं जाने कोई भी वस्तु लैके उस वस्तु की पड़ताल करते हैं। पड़ताल करन तो बाद उसकी रसीद कट्टी जाती है, रसीद कट्टण तो बाद फिर अंदर जांदियां ने। मैं रसीदां दिखा रहा तुहानूं हजूर साहब दियां भी इस तरह कल्ली कल्ली चीज़ की वो रसीद कट्टते हैं। हर चीज़ की पड़ताल होंदी है, रसीद कट्टी जाती है। इन्हां दे उत्थे करोड़ां रुपइयां दा समान गया, कलगी गई है, पातशाह दा शाही हार गया, सुख आसन गया, पर इन्हां ने कोई अजे तक रसीद नहीं कट के दित्ती। जे रसीद कट के नहीं दित्ती तो उसका वारस कौन है, उसका जिम्मेवार कौन है? जिहड़ा मर्जी चकेगा लैके वो चगां जाएगा, उसका जो मर्जी कर ले, भावें नालों इन्ना सोना ला ले, भावें जो मर्जी कर ले, ਜਾਂ रसीद ही नहीं कटनी। जदों रसीद कटनी नहीं तो किस हिसाब किताब के विचों जाएगी? अज जथेदार ये ने, कल नूं कोई होर होएगा, अज जनरल सैकटरी ये ने, कल नूं कोई होर होएगा, तो किवें चार्ज देणगे कि साडे कोल ये चीज़ आई सी जो पातशाह दे शंगारी जाती है। पहले दिन तो ही इन्हां दा हीरा फेरी दा मन सी, इसे करके इन्हां ने कोई रसीद नहीं कट्टी और कोई रसीद कट के नहीं दित्ती। जद कि हर गुरुद्वारे का असूल है कि चाहे सोने की 5 ग्राम की भी चीज़ दी जाती है, उसका वेट किया जाता है, उन्होंने चैक कराया जाता है, फिर उस तो बाद उसनों रसीद दी जाती है। पर इन्होंने अज तक 2 साल हो गए कोई रसीद तक नहीं दी। जिदन हुण फड़िया गया गौर तो इसनों पता लगा कि मेरा सारा खुलासा होने लगा है, तो इसे गौर ने फटाफट रातों रात पर्चा दर्ज कराता कि समरा किसी तरह तख्त साहब ते ना पहुँच सके। जे तख्त साहब ते पहुँच गया तो सारी दुनिया दे विच पता लग जाना है, पर किन्नी क देर मैनू रोक लेगा। वो उत्थे प्रैस कॉन्फ्रेंस नहीं हुई, उत्थे दुनिया सामने नहीं आया, तो मैं आप जी वीरां अगे आण के प्रैस कॉन्फ्रेंस कर दी है। दुनिया को किन्ना चिर लुकदा फिरेगा? जो इहदियां हरकतां ने वो मैं बयान नहीं करनियां चाहुंदा, और जो कुछ मेरे को रिकॉर्ड है जेकर मैं दिखाल देवां जां तुसीं देख लो तो पैरां थल्लों मिट्टी निकल जाती है कि एक तख्त साहब का जथेदार इहो जिहियां हरकतां भी कर सकता है। हुण मेरी बेनती सिख कौम नूं है भी जो भी अपने आप नूं गुरु गोबिंद सिंह का सिख अखवाउंदा है वो इसका तुरंत बाईकाट करे, इसनूं मूँह ना लावे और 10 रुपये भी इसनूं ना दिते जाण। जेकर काल तख्त जे तख्त श्री पटना साहब असी को 100-200 रुपया दिन्ने आ तो उहदे बदले विच सानू इनाम मिलता है कि तुहाडे ते पर्चा दर्ज होना है, तो फिर इहो जे थां ते पैसे देण दा की फायदा हैगा। दूसरा, असी 2 दिनों तक सारे जथेबंदियां इकट्ठियां होके ज्ञानी हरप्रीत सिंह जी कोल जा रहे हैं कि इन्हां ने ए गड़बड़ कीती है ते इन्हां नूं उत्थों जथेदारी तो बर्खास्त किया जाए। उस तो बाद बर्खास्त नहीं किया जाता, नहीं कार्रवाई की जाती तो 30 तरीक तो 1000 तो वध पंजाब के जो सिख ने इत्थों जाणगे और तख्त हरमंदर जी पटना साहब के अंदर पक्के तौर पर धरना ला के बैठांगे। इसनूं कथा नहीं करन दिया करांगे जिन्ना चिर तक ये तख्त तो अपनी जथेदारी का इस्तीफा नहीं दिंदा। वो मोर्चा साडा महीना चले, 2 महीने चले, चाहे 2 साल चले, वो मोर्चा गुरुद्वारा साहब के अंदर लगेगा और मोर्चे दरम्यान असीं नूं तख्त के उपर कथा नहीं करन देंगे।
ਔਰ ਇੰਨਾ ਕੁਛ ਹੀ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਜਿਹੜੇ ਵੀ ਸਬੂਤ ਜਿਹੜੀਆਂ ਫੋਟੋਆਂ ਰਿਕਾਰਡਿੰਗਾਂ ਚਾਹੀਦੀਆਂ ਨੇ ਉਹ ਸਾਰੀਆਂ ਹੀ ਰਿਕਾਰਡਿੰਗਾਂ ਮੈਂ ਆਪ ਜੀ ਨੂੰ ਸੈਂਡ ਕਰ ਦਿੰਦਾ। ਕੋਈ ਇੱਕ ਨੰਬਰ ਦਿਓ ਮੋਤੇ ਕਰ ਦਿੰਦਾ, ਆਪ ਸੇ ਜਿਸ ਤਰ੍ਹਾਂ ਵੀ ਆ ਉਹ ਸਾਰੀਆਂ ਕਰ ਲੈਣੀਆਂ। ਕਿ ਗਲਤੀ ਕੋਈ ਬੋਲਦਿਆਂ ਗਲਤੀ ਹੋ ਗਈ ਹੋਵੇ ਤੇ ਸੱਜਣੋ ਭਾਈਓ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 9645303221